ਰਾਤ ਨੂੰ ਮੇਰੇ ਜੇਠ ਦੇ ਕਮਰੇ ਵਿੱਚੋਂ ਚੀਕਾਂ ਦੀਆਂ ਆਵਾਜ਼ਾਂ ਆਉਂਦੀਆਂ ਸਨ। ਮੇਰੀ ਜਠਾਣੀ ਤਾਂ ਕਦੋਂ ਦੀ ਮਰ ਚੁੱਕੀ ਸੀ। ਜੇਠ ਦਾ ਰਾਜ਼ ਜਾਣਨ ਲਈ ਇੱਕ ਰਾਤ ਮੈਂ ਉਹਨਾਂ ਦੇ ਕਮਰੇ ਵਿੱਚ ਲੁਕ ਗਈ। ਫਿਰ ਜੇਠ ਜੀ ਨੇ ਜੋ ਕੀਤਾ, ਜਦੋਂ ਮੈਂ ਪਹਿਲੀ ਵਾਰ ਉਹ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਚੀਕਾਂ ਦੀ ਆਵਾਜ਼ ਸੁਣੀ ਤਾਂ ਮੈਂ ਪੂਰੀ ਤਰ੍ਹਾਂ ਘਬਰਾ ਗਈ ਸੀ। ਮੈਂ ਗੂੜੀ ਨੀਂਦ ਵਿੱਚ ਹੜਬੜਾ ਕੇ ਉੱਠ ਬੈਠੀ ਅਤੇ ਚੀਕਣ ਦੀਆਂ ਆਵਾਜ਼ਾਂ ਪੂਰੀ ਹਵੇਲੀ ਵਿੱਚ ਗੂੰਜ ਰਹੀਆਂ ਸਨ। ਉਸ ਵੇਲੇ ਚਾਰੇ ਪਾਸੇ ਸ਼ਾਂਤੀ ਸੀ। ਮੇਰੇ ਕਮਰੇ ਵਿੱਚ ਬਹੁਤ ਹਨੇਰਾ ਸੀ। ਮੈਂ ਇੱਧਰ ਉੱਧਰ ਹੱਥ ਮਾਰਦੇ ਹੋਏ ਸਾਈਡ ਟੇਬਲ ਦਾ ਲੈਂਪ ਜਗਾਇਆ। ਮੈਂ ਘੜੀ ਵੱਲ ਵੇਖਿਆ ਤਾਂ ਰਾਤ ਦਾ 1 ਵੱਜ ਰਿਹਾ ਸੀ ਅਤੇ ਜ਼ੋਰ-ਜ਼ੋਰ ਨਾਲ ਚੀਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਮੈਂ ਹੈਰਾਨ ਸੀ ਕਿ ਮੇਰੇ ਨੇੜੇ ਸੁੱਤੇ ਪਏ ਮੇਰੇ ਪਤੀ ਅਮਨ ਨੂੰ ਹਲੇ ਵੀ ਗੂੜੀ ਨੀਂਦ ਆਈ ਹੋਈ ਸੀ। ਇੰਨੇ ਰੌਲੇ ਵਿੱਚ ਉਹਨਾਂ ਨੂੰ ਨੀਂਦ ਕਿਵੇਂ ਆ ਸਕਦੀ ਸੀ? ਕੱਲ੍ਹ ਹੀ ਤਾਂ ਮੇਰਾ ਅਮਨ ਨਾਲ ਵਿਆਹ ਹੋਇਆ ਸੀ ਅਤੇ ਮੈਂ ਉਸ ਦੀ ਦੁਲਹਨ ਬਣ ਕੇ ਇਸ ਘਰ ਵਿੱਚ ਆਈ ਸੀ। ਮੇਰਾ ਵਿਆਹ ਬੜੀ ਧੂਮ-ਧਾਮ ਨਾਲ ਹੋਇਆ ਸੀ। ਮੈਂ ਬਹੁਤ ਅਮੀਰ ਖਾਨਦਾਨ ਦੀ ਬਹੂ ਬਣੀ ਸੀ ਅਤੇ ਮੈਂ ਆਪ ਵੀ ਇੱਕ ਅਮੀਰ ਖਾਨਦਾਨ ਦੀ ਧੀ ਸੀ। ਮੇਰੇ ਸੱਸ ਸਹੁਰਾ ਕਦੋਂ ਦੇ ਮਰ ਚੁੱਕੇ ਸਨ ਅਤੇ ਮੇਰੇ ਜੇਠ ਜੀ ਬਹੁਤ ਦੇਖਭਾਲ ਕਰਨ ਵਾਲੇ ਆਦਮੀ ਸਨ। ਮੈਂ ਉਹਨਾਂ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਅਮਨ ਅਤੇ ਮੇਰੀ ਲਵ ਮੈਰਿਜ ਸੀ। ਅਸੀਂ ਆਪ ਇੱਕ ਦੂਜੇ ਨੂੰ ਪਸੰਦ ਕੀਤਾ ਸੀ। ਅਸੀਂ ਦੋਵੇਂ ਹੀ ਅਮੀਰ ਖਾਨਦਾਨ ਨਾਲ ਸੰਬੰਧ ਰੱਖਦੇ ਸੀ। ਇਸ ਲਈ ਕਿਸੇ ਨੂੰ ਵੀ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਹੋਇਆ। ਮੇਰੇ ਵਿਆਹ ਦੀ ਪਹਿਲੀ ਰਾਤ ਸੀ ਅਤੇ ਉਸੇ ਰਾਤ ਮੈਂ ਚੀਕਾਂ ਦੀਆਂ ਆਵਾਜ਼ਾਂ ਸੁਣੀਆਂ। ਇੱਕ ਕੁੜੀ ਦੇ ਚੀਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ, ਜਿਵੇਂ ਉਹ ਆਪਣੀ ਮਦਦ ਲਈ ਕਿਸੇ ਨੂੰ ਬੁਲਾ ਰਹੀ ਹੋਵੇ। ਪਹਿਲਾਂ ਤਾਂ ਮੈਂ ਸੋਚਿਆ ਕਿ ਕਮਰੇ ਤੋਂ ਬਾਹਰ ਜਾ ਕੇ ਦੇਖਦੀ ਹਾਂ ਕਿ ਇਹ ਆਵਾਜ਼ਾਂ ਕਿਸ ਦੀਆਂ ਹਨ। ਕੌਣ ਹੈ ਜੋ ਇਸ ਵੇਲੇ ਇੰਨੀ ਉੱਚੀ ਰੌਲਾ ਪਾ ਰਿਹਾ ਹੈ? ਪਰ ਮੇਰੇ ਵਿਆਹ ਨੂੰ ਹਲੇ 1 ਦਿਨ ਹੀ ਹੋਇਆ ਸੀ, ਇਸ ਲਈ ਮੈਂ ਕਿਵੇਂ ਆਪਣੇ ਆਪ ਮੂੰਹ ਚੱਕ ਕੇ ਕਮਰੇ ਤੋਂ ਬਾਹਰ ਨਿਕਲ ਸਕਦੀ ਸੀ। ਅੱਧੇ ਘੰਟੇ ਤੱਕ ਇਹ ਆਵਾਜ਼ਾਂ ਆਉਂਦੀਆਂ ਰਹੀਆਂ। ਉਸ ਤੋਂ ਬਾਅਦ ਸ਼ਾਂਤੀ ਛਾ ਗਈ। ਮੈਨੂੰ ਅਮਨ ਦੀ ਨੀਂਦ ਦੇਖ ਕੇ ਹੈਰਾਨੀ ਹੋ ਰਹੀ ਸੀ। ਉਹ ਇੰਨੇ ਰੌਲੇ ਵਿੱਚ ਕਿਵੇਂ ਸੋ ਸਕਦਾ ਸੀ? ਪਰ ਕੁਝ ਦੇਰ ਬਾਅਦ ਆਵਾਜ਼ ਆਉਣੀ ਇੰਜ ਬੰਦ ਹੋ ਗਈ ਜਿਵੇਂ ਕਦੇ ਰੌਲਾ ਪਿਆ ਹੀ ਨਾ ਹੋਵੇ। ਮੈਂ ਦੁਬਾਰਾ ਲੇਟ ਗਈ ਅਤੇ ਹੁਣ ਮੇਰੀਆਂ ਅੱਖਾਂ ਵਿੱਚੋਂ ਨੀਂਦ ਉੱਡ ਚੁੱਕੀ ਸੀ। ਮੇਰਾ ਦਿਮਾਗ ਵਾਰ-ਵਾਰ ਉਸ ਚੀਕਾਂ ਮਾਰਨ ਵਾਲੀ ਕੁੜੀ ਵੱਲ ਜਾ ਰਿਹਾ ਸੀ। ਉਹ ਕੌਣ ਸੀ ਅਤੇ ਉਹ ਇਸ ਤਰ੍ਹਾਂ ਕਿਉਂ ਚੀਕ ਰਹੀ ਸੀ ਅਤੇ ਉਸ ਦੀ ਆਵਾਜ਼ ਤੇ ਸਭ ਚੁੱਪ ਕਿਉਂ ਸਨ? ਨਹੀਂ ਤਾਂ ਘਰ ਵਿੱਚ ਹਲਚਲ ਮਚ ਜਾਣੀ ਚਾਹੀਦੀ ਸੀ। ਫਿਰ ਮੈਨੂੰ ਕੁਝ ਡਰ ਲੱਗਣ ਲੱਗ ਗਿਆ, ਕਿਉਂਕਿ ਜਿੱਥੇ ਇਹ ਹਵੇਲੀ ਬਣੀ ਹੋਈ ਹੈ ਉੱਥੇ ਚਾਰੇ ਪਾਸੇ ਨੇੜੇ-ਤੇੜੇ ਸਿਰਫ ਜੰਗਲ ਸਨ। ਪਿੰਡ ਤਾਂ 3-4 ਮੀਲ ਦੂਰ ਸੀ। ਮੈਂ ਕੁਝ ਦਿਨਾਂ ਲਈ ਪਿੰਡ ਵਿੱਚ ਆਈ ਸੀ, ਕਿਉਂਕਿ ਮੈਨੂੰ ਰਹਿਣਾ ਤਾਂ ਸ਼ਹਿਰ ਵਿੱਚ ਸੀ। ਵਿਆਹ ਤੋਂ ਪਹਿਲਾਂ ਮੇਰੀ ਇਸ ਬਾਰੇ ਗੱਲ ਹੋ ਚੁੱਕੀ ਸੀ ਅਤੇ ਸ਼ਹਿਰ ਵਿੱਚ ਵੀ ਇਹਨਾਂ ਦਾ ਇੱਕ ਬਹੁਤ ਸੋਹਣਾ ਬੰਗਲਾ ਬਣਾਇਆ ਹੋਇਆ ਸੀ ਅਤੇ ਹਵੇਲੀ ਤਾਂ ਇੰਨੀ ਵੱਡੀ ਸੀ ਕਿ ਪਤਾ ਨਹੀਂ ਕਿੰਨੇ ਕਮਰੇ ਬਣੇ ਹੋਏ ਸਨ। ਇੱਥੋਂ ਦਾ ਬਗੀਚਾ ਵੀ ਬਹੁਤ ਵੱਡਾ ਬਣਿਆ ਹੋਇਆ ਸੀ। ਮੈਨੂੰ ਤਾਂ ਇਸ ਹਵੇਲੀ ਦੇ ਅੰਦਰ ਆਉਂਦੇ ਹੀ ਇਸ ਤਰ੍ਹਾਂ ਲੱਗਿਆ ਜਿਵੇਂ ਮੈਂ ਕਿਸੇ ਮਹਿਲ ਵਿੱਚ ਆ ਗਈ ਹੋਵਾਂ। ਇੱਥੋਂ ਦੀ ਅਮੀਰੀ ਦਾ ਚਕਾਚੌਂਧ ਦੇਖ ਕੇ ਮੇਰੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਸਨ। ਮੇਰਾ ਕਮਰਾ ਫੁੱਲਾਂ ਅਤੇ ਮੋਮਬੱਤੀਆਂ ਨਾਲ ਸਜਾਇਆ ਗਿਆ ਸੀ। ਮੈਂ ਆਪਣੇ ਆਪ ਉੱਪਰ ਜਿੰਨਾ ਵੀ ਗਰੂਰ ਕਰਦੀ ਓਨਾ ਹੀ ਘੱਟ ਸੀ। ਪਰ ਅੱਜ ਰਾਤ ਮੈਂ ਜੋ ਕੁਝ ਵੀ ਸੁਣਿਆ ਸੀ ਉਸ ਕਰਕੇ ਮੇਰੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਹ ਸਭ ਸੋਚਦੇ ਪਤਾ ਨਹੀਂ ਮੈਨੂੰ ਕਦੋਂ ਨੀਂਦ ਆ ਗਈ। ਸਵੇਰੇ ਅਮਨ ਬੜੇ ਪਿਆਰ ਨਾਲ ਮੈਨੂੰ ਜਗਾ ਰਿਹਾ ਸੀ। ਉਹ ਕਹਿਣ ਲੱਗਾ, ਉੱਠ ਜਾਓ ਮੈਡਮ ਜੀ, ਇਹ ਦਿੱਲੀ ਨਹੀਂ ਹੈ ਜੋ ਆਰਾਮ ਨਾਲ ਚਾਦਰ ਤਾਣ ਕੇ ਸੁੱਤੀ ਰਹੇਗੀ। ਮੈਂ ਹੌਲੀ-ਹੌਲੀ ਅੱਖਾਂ ਖੋਲ੍ਹੀਆਂ ਤਾਂ ਉਹ ਉੱਠ ਚੁੱਕਿਆ ਸੀ। ਉਹ ਬਿਸਤਰੇ ਤੋਂ ਉੱਠ ਕੇ ਆਪਣੇ ਕੱਪੜੇ ਕੱਢ ਰਿਹਾ ਸੀ ਅਤੇ ਮੈਨੂੰ ਕਹਿਣ ਲੱਗਿਆ ਕਿ ਤੇਰਾ ਸਾਮਾਨ ਡਰੈਸਿੰਗ ਰੂਮ ਵਿੱਚ ਪਿਆ ਹੈ, ਤੂੰ ਉਹੀ ਪਾਉਣਾ ਹੈ। ਇਹ ਕਹਿ ਕੇ ਉਹ ਵਾਸ਼ਰੂਮ ਵਿੱਚ ਚਲਾ ਗਿਆ। ਮੈਂ ਬੈੱਡ ਤੋਂ ਉੱਠ ਕੇ ਬੈਠ ਗਈ। ਪਹਿਲਾਂ ਤਾਂ ਮੈਨੂੰ ਅਜਿਹਾ ਲੱਗਿਆ ਕਿ ਰਾਤ ਵਾਲੀ ਗੱਲ ਸ਼ਾਇਦ ਮੇਰਾ ਵਹਿਮ ਹੋਵੇਗੀ। ਮੈਂ ਇਹੀ ਗੱਲ ਸੋਚਦੇ ਡਰੈਸਿੰਗ ਰੂਮ ਵਿੱਚ ਚਲੀ ਗਈ, ਜੋ ਮੇਰੇ ਕਮਰੇ ਵਿੱਚ ਹੀ ਬਣਿਆ ਹੋਇਆ ਸੀ। ਇੰਨਾ ਭਾਰੀ ਜੋੜਾ ਦੇਖ ਕੇ ਮੇਰੀਆਂ ਅੱਖਾਂ ਫਟੀਆਂ ਰਹਿ ਗਈਆਂ। ਮੈਂ ਫਰੈਸ਼ ਹੋਣ ਤੋਂ ਬਾਅਦ ਬਹੁਤ ਹੀ ਮੁਸ਼ਕਿਲ ਨਾਲ ਉਹਨਾਂ ਕੱਪੜਿਆਂ ਨੂੰ ਪਾਇਆ ਸੀ। ਅਮਨ ਕਮਰੇ ਵਿੱਚੋਂ ਜਾ ਚੁੱਕਿਆ ਸੀ ਤਾਂ ਕੁਝ ਕੁੜੀਆਂ ਮੈਨੂੰ ਪੁੱਛ ਕੇ ਮੇਰੇ ਕਮਰੇ ਵਿੱਚ ਆਈਆਂ ਅਤੇ ਮੈਨੂੰ ਗਹਿਣੇ ਪਵਾਉਣ ਲੱਗੀਆਂ ਅਤੇ ਤਿਆਰ ਕਰਨ ਲੱਗੀਆਂ। ਜਦੋਂ ਮੈਂ ਸੱਜ ਧੱਜ ਕੇ ਬਾਹਰ ਆਈ ਤਾਂ ਮੇਰੇ ਜੇਠ ਜੀ ਸਾਹਮਣੇ ਕੁਰਸੀ ਤੇ ਬੈਠੇ ਸਨ। ਉਹਨਾਂ ਨੇ ਮੈਨੂੰ ਦੇਖਿਆ ਅਤੇ ਮੁਸਕਰਾਉਣ ਲੱਗੇ। ਫਿਰ ਮੇਰੇ ਕੋਲ ਆਏ ਅਤੇ ਮੇਰੇ ਉੱਪਰੋਂ ਹਜ਼ਾਰਾਂ ਦੇ ਨੋਟਾਂ ਦੀ ਬਾਰਿਸ਼ ਕਰਕੇ ਮੇਰਾ ਸਵਾਗਤ ਕੀਤਾ। ਫਿਰ ਮੈਨੂੰ ਬਾਹਰ ਲੈ ਗਏ, ਜਿੱਥੇ ਪਿੰਡ ਦੀਆਂ ਔਰਤਾਂ ਮੈਨੂੰ ਦੇਖਣ ਲਈ ਮੇਰਾ ਇੰਤਜ਼ਾਰ ਕਰ ਰਹੀਆਂ ਸਨ।
ਗਰਮੀ ਅਤੇ ਧੁੱਪ ਵਿੱਚ ਪਤਾ ਨਹੀਂ ਉਹ ਕਦੋਂ ਦੀ ਮੇਰੀ ਇੱਕ ਝਲਕ ਦੇਖਣ ਲਈ ਖੜੀਆਂ ਸਨ। ਮੇਰੇ ਜੇਠ ਜੀ ਕਹਿਣ ਲੱਗੇ ਕਿ ਇਹ ਸਾਡੇ ਘਰ ਦੀ ਨਵੀਂ ਮਾਲਕਣ ਹੈ, ਅਮਨ ਦੀ ਘਰਵਾਲੀ। ਸਾਰੀਆਂ ਔਰਤਾਂ ਮੈਨੂੰ ਨਮਸਤੇ ਕਰਨ ਲੱਗੀਆਂ। ਮੈਂ ਜ਼ਿਆਦਾ ਦੇਰ ਤੱਕ ਉੱਥੇ ਨਹੀਂ ਰੁਕ ਸਕੀ ਸੀ। ਤੇਜ਼ ਧੁੱਪ ਨੇ ਮੇਰੀ ਹਾਲਤ ਖਰਾਬ ਕਰ ਦਿੱਤੀ ਸੀ। ਜਲਦੀ ਮੈਂ ਅੰਦਰ ਆ ਗਈ ਅਤੇ ਆਪਣੇ ਕਮਰੇ ਵਿੱਚ ਏਸੀ ਚਲਾ ਕੇ ਬੈਠ ਗਈ। ਸਾਰਾ ਦਿਨ ਲਗਾਤਾਰ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਿਹਾ। ਅਮਨ ਨਾਲ ਮੇਰੀ ਮੁਲਾਕਾਤ ਬਸ ਰਾਤ ਨੂੰ ਹੋਈ ਸੀ, ਨਹੀਂ ਤਾਂ ਉਹ ਪੂਰਾ ਦਿਨ ਬਸ ਆਦਮੀਆਂ ਦੇ ਨਾਲ ਹੀ ਰਹੇ ਸਨ। ਪਿੰਡਾਂ ਦੇ ਰਸਮ ਰਿਵਾਜ ਕੁਝ ਅਲੱਗ ਹੁੰਦੇ ਹਨ। ਪਤੀ ਪਤਨੀ ਆਪਸ ਵਿੱਚ ਘੱਟ ਅਤੇ ਦੂਜੇ ਨਾਲ ਜ਼ਿਆਦਾ ਸਮਾਂ ਗੁਜ਼ਾਰਦੇ ਹਨ। ਇਹ ਮੇਰੇ ਨਾਲ ਵੀ ਹੋਇਆ ਸੀ। ਰਾਤ ਤੱਕ ਮੈਂ ਪੂਰੀ ਤਰ੍ਹਾਂ ਥੱਕ ਚੁੱਕੀ ਸੀ, ਇਸ ਲਈ ਲੇਟਦੇ ਹੀ ਮੈਨੂੰ ਨੀਂਦ ਆ ਗਈ ਅਤੇ ਅਮਨ ਮੈਨੂੰ ਕਹਿਣ ਲੱਗਿਆ ਕਿ ਪਿੰਡ ਦੇ ਮਾਹੌਲ ਤੋਂ ਤੂੰ ਪਰੇਸ਼ਾਨ ਹੋ ਗਈ ਹੈ। ਉਹ ਮੈਨੂੰ ਪਿਆਰ ਨਾਲ ਦੇਖਣ ਲੱਗਿਆ। ਫਿਰ ਮੈਂ ਅੱਖਾਂ ਖੋਲ੍ਹੀਆਂ ਅਤੇ ਥੋੜ੍ਹਾ ਜਿਹਾ ਮੁਸਕਰਾਈ। ਮੈਂ ਕਿਹਾ, ਅਮਨ, ਬਸ ਜਲਦੀ ਤੋਂ ਜਲਦੀ ਦਿੱਲੀ ਵਾਪਸ ਜਾਣ ਦਾ ਸੋਚੋ। ਮੈਨੂੰ ਅਜਿਹੇ ਮਾਹੌਲ ਵਿੱਚ ਰਹਿਣ ਦੀ ਆਦਤ ਨਹੀਂ ਹੈ। ਮੇਰੀ ਗੱਲ ਸੁਣ ਕੇ ਪਤਾ ਨਹੀਂ ਕਿਉਂ ਅਮਨ ਦੇ ਚਿਹਰੇ ਦੀ ਮੁਸਕਰਾਹਟ ਗੁੰਮ ਹੋ ਗਈ। ਫਿਰ ਉਹ ਬੈੱਡ ਤੇ ਬੈਠ ਗਿਆ ਅਤੇ ਕਹਿਣ ਲੱਗਿਆ, ਹਾਲੇ ਤਾਂ ਅਜਿਹਾ ਮੁਮਕਿਨ ਨਹੀਂ ਹੈ, ਪਰ ਮੈਂ ਕੋਸ਼ਿਸ਼ ਕਰਾਂਗਾ। ਮੈਂ ਨੀਂਦ ਵਿੱਚ ਹੁੰਦੇ ਹੋਏ ਵੀ ਪੂਰੀਆਂ ਅੱਖਾਂ ਖੋਲ੍ਹ ਕੇ ਉਸ ਨੂੰ ਘੂਰਨ ਲੱਗੀ। ਮੈਂ ਅਮਨ ਨੂੰ ਕਿਹਾ ਕਿ ਮੈਂ ਪਿੰਡ ਵਿੱਚ 2 ਦਿਨ ਤੋਂ ਜ਼ਿਆਦਾ ਨਹੀਂ ਰਹਿ ਸਕਦੀ। ਇਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ। ਮੈਨੂੰ ਘੁਟਨ ਹੁੰਦੀ ਹੈ। ਇੱਥੋਂ ਦੇ ਪਹਿਰਾਵੇ ਤੇ ਰਹਿਣ ਸਹਿਣ ਤੇ ਇੱਥੋਂ ਦਾ ਅਜੀਬ ਜਿਹਾ ਮਾਹੌਲ, ਮੈਂ ਨਹੀਂ ਰਹਿ ਸਕਦੀ ਇੱਥੇ। ਮੇਰੀ ਗੱਲ ਸੁਣ ਕੇ ਉਹ ਕਿਸੇ ਡੂੰਘੀਆਂ ਸੋਚਾਂ ਵਿੱਚ ਚਲਾ ਗਿਆ। ਉਸਨੇ ਸਿਗਰਟ ਕੱਢੀ ਅਤੇ ਲਾਈਟਰ ਨਾਲ ਜਲਾ ਕੇ ਪੀਣ ਲੱਗਿਆ। ਮੈਨੂੰ ਬਹੁਤ ਨੀਂਦ ਆ ਰਹੀ ਸੀ, ਇਸ ਲਈ ਮੈਂ ਸੌਂ ਗਈ। ਰਾਤ ਨੂੰ ਫਿਰ ਮੇਰੀ ਅੱਖ ਚੀਕਾਂ ਮਾਰਨ ਦੀਆਂ ਆਵਾਜ਼ਾਂ ਨਾਲ ਖੁੱਲ੍ਹ ਗਈ। ਇੱਕ ਕੁੜੀ ਦੀਆਂ ਚੀਕਾਂ ਦੀ ਆਵਾਜ਼ ਜੋ ਆਪਣੇ ਬਚਾਅ ਲਈ ਮਦਦ ਮੰਗ ਰਹੀ ਸੀ। ਮੈਂ ਇੱਕਦਮ ਉੱਠ ਕੇ ਬੈਠ ਗਈ ਅਤੇ ਅਮਨ ਨੂੰ ਵੀ ਜਗਾ ਦਿੱਤਾ। ਉਹ ਨੀਂਦ ਵਿੱਚ ਮੇਰੇ ਵੱਲ ਵੇਖਣ ਲੱਗਿਆ। ਮੈਂ ਕਿਹਾ, ਅਮਨ, ਕਿਸੇ ਦੇ ਚੀਕਣ ਦੀ ਆਵਾਜ਼ ਆ ਰਹੀ ਹੈ। ਅਮਨ ਨੇ ਕਿਹਾ, ਕਿਹੋ ਜਿਹੀਆਂ ਆਵਾਜ਼ਾਂ? ਮੈਨੂੰ ਤਾਂ ਇੱਥੇ ਕੋਈ ਆਵਾਜ਼ ਨਹੀਂ ਆ ਰਹੀ। ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਸੀ। ਇਹ ਕਿਸ ਤਰ੍ਹਾਂ ਹੋ ਸਕਦਾ ਸੀ ਕਿ ਮੈਨੂੰ ਤਾਂ ਕੁੜੀ ਦੇ ਚੀਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ, ਪਰ ਅਮਨ ਨੂੰ ਨਹੀਂ। ਮੈਂ ਹੈਰਾਨੀ ਨਾਲ ਅਮਨ ਵੱਲ ਵੇਖਦੇ ਹੋਏ ਕਿਹਾ ਕਿ ਕਿਸੇ ਕੁੜੀ ਦੀ ਆਵਾਜ਼ ਤੁਹਾਨੂੰ ਨਹੀਂ ਸੁਣ ਰਹੀ? ਉਹ ਕਹਿਣ ਲੱਗਿਆ, ਨਹੀਂ, ਮੈਨੂੰ ਕੋਈ ਆਵਾਜ਼ ਨਹੀਂ ਸੁਣ ਰਹੀ। ਮੈਨੂੰ ਨੀਂਦ ਆ ਰਹੀ ਹੈ, ਮੈਨੂੰ ਪਰੇਸ਼ਾਨ ਨਾ ਕਰ। ਇਹ ਕਹਿ ਕੇ ਉਹ ਫਿਰ ਸੌਂ ਗਿਆ ਅਤੇ ਮੇਰਾ ਡਰ ਦੇ ਮਾਰੇ ਬੁਰਾ ਹਾਲ ਸੀ ਕਿ ਇਹ ਆਵਾਜ਼ ਸਿਰਫ ਮੈਨੂੰ ਹੀ ਸੁਣ ਰਹੀ ਸੀ। ਇਸ ਦਾ ਮਤਲਬ ਕਿ ਕੋਈ ਭੂਤ ਪ੍ਰੇਤ? ਇਹ ਸੋਚ ਕੇ ਤਾਂ ਮੈਂ ਕੰਬਣ ਹੀ ਲੱਗੀ ਸੀ। ਡਰ ਦੇ ਮਾਰੇ ਮੈਂ ਅਮਨ ਦੇ ਨਾਲ ਚਿਪਕ ਕੇ ਲੇਟ ਗਈ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਹੁਣ ਤਾਂ ਮੈਂ ਇਸ ਹਵੇਲੀ ਵਿੱਚ ਇੱਕ ਦਿਨ ਵੀ ਰੁਕਣਾ ਨਹੀਂ ਚਾਹੁੰਦੀ ਸੀ। ਮੈਨੂੰ ਤਾਂ ਭੂਤਾਂ ਦਾ ਬਹੁਤ ਡਰ ਲੱਗਦਾ ਸੀ। ਅਗਲੇ ਦਿਨ ਹੀ ਮੈਂ ਸ਼ਹਿਰ ਜਾਣ ਦੀ ਜਿੱਦ ਫੜ ਲਈ। ਮੈਂ ਕਿਹਾ, ਮੈਨੂੰ ਵਾਪਸ ਦਿੱਲੀ ਜਾਣਾ ਹੈ। ਮੈਨੂੰ ਡਰ ਲੱਗ ਰਿਹਾ ਹੈ। ਮੈਨੂੰ 2 ਦਿਨਾਂ ਤੋਂ ਇੱਥੇ ਕਿਸੇ ਦੇ ਚੀਕਣ ਦੀਆਂ ਆਵਾਜ਼ਾਂ ਸੁਣ ਰਹੀਆਂ ਹਨ, ਜਿਵੇਂ ਕੋਈ ਕੁੜੀ ਮਦਦ ਲਈ ਬੁਲਾ ਰਹੀ ਹੋਵੇ। ਮੈਂ ਇੱਥੇ ਨਹੀਂ ਰੁਕ ਸਕਦੀ। ਡਰ ਕਰਕੇ ਇੰਜ ਲੱਗ ਰਿਹਾ ਸੀ ਜਿਵੇਂ ਮੈਂ ਹੁਣੇ ਰੋਣ ਲੱਗ ਜਾਵਾਂਗੀ ਅਤੇ ਅਮਨ ਮੈਨੂੰ ਧਿਆਨ ਨਾਲ ਦੇਖ ਰਿਹਾ ਸੀ। ਉਹ ਬਾਰ-ਬਾਰ ਮੇਰੇ ਤੋਂ ਅੱਖਾਂ ਫੇਰ ਰਿਹਾ ਸੀ। ਉਹ ਮੈਨੂੰ ਕਹਿਣ ਲੱਗਿਆ ਕਿ ਸਾਲਾਂ ਤੋਂ ਇਸ ਹਵੇਲੀ ਵਿੱਚ ਅਜਿਹੀਆਂ ਹੀ ਚੀਜ਼ਾਂ ਹਨ। ਕਿਸੇ ਨੂੰ ਐਸੀਆਂ ਆਵਾਜ਼ਾਂ ਸੁਣਦੀਆਂ ਹਨ ਜਿਵੇਂ ਤੈਨੂੰ ਸੁਣ ਰਹੀਆਂ ਹਨ, ਪਰ ਉਹਨਾਂ ਨੇ ਕਦੇ ਵੀ ਸਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਹੈ। ਨਹੀਂ ਤਾਂ ਕੀ ਮੇਰੀਆਂ ਭਾਬੀਆਂ ਇੱਥੇ ਰਹਿ ਸਕਦੀਆਂ ਸਨ? ਮੈਨੂੰ ਅਮਨ ਦੀ ਕਿਸੇ ਗੱਲ ਤੋਂ ਵੀ ਤਸੱਲੀ ਨਹੀਂ ਮਿਲ ਰਹੀ ਸੀ। ਮੈਨੂੰ ਬਸ ਦਿੱਲੀ ਜਾਣ ਦਾ ਇੰਤਜ਼ਾਰ ਸੀ। ਸਵੇਰੇ ਨਾਸ਼ਤਾ ਕਰਦੇ ਹੋਏ ਮੇਰੇ ਜੇਠ ਜੀ ਨੇ ਅਮਨ ਨੂੰ ਪੁੱਛਿਆ ਕਿ ਤੁਸੀਂ ਦਿੱਲੀ ਵਾਪਸ ਕਦੋਂ ਜਾ ਰਹੇ ਹੋ? ਇਹ ਸੁਣ ਕੇ ਅਮਨ ਦਾ ਚਾਹ ਦਾ ਕੱਪ ਹੱਥ ਵਿੱਚ ਹੀ ਰਹਿ ਗਿਆ ਸੀ, ਪਰ ਮੈਂ ਦਿਲ ਹੀ ਦਿਲ ਵਿੱਚ ਬਹੁਤ ਖੁਸ਼ ਸੀ ਕਿ ਕਿਸੇ ਨੂੰ ਤਾਂ ਸਾਨੂੰ ਦਿੱਲੀ ਭੇਜਣ ਦਾ ਖਿਆਲ ਆਇਆ। ਅਮਨ ਨੇ ਕਿਹਾ, ਵੀਰ ਜੀ, ਜਿਵੇਂ ਤੁਹਾਡੀ ਮਰਜ਼ੀ। ਅਮਨ ਨੇ ਬਹੁਤ ਹੀ ਮੁਸ਼ਕਿਲ ਨਾਲ ਇਹ ਗੱਲ ਕਹੀ ਸੀ। ਉਹ ਆਪਣੇ ਵੱਡੇ ਭਾਈ ਤੋਂ ਬਹੁਤ ਡਰਦਾ ਸੀ। ਜੇਠ ਜੀ ਕਹਿਣ ਲੱਗੇ ਕਿ ਅੱਜ ਸ਼ਾਮ ਤੱਕ ਤੁਸੀਂ ਦਿੱਲੀ ਜਾਣ ਦੀ ਤਿਆਰੀ ਕਰੋ। ਉੱਥੇ ਜਾ ਕੇ ਉੱਥੋਂ ਦੇ ਕੰਮ ਦੇਖੋ। ਮੈਂ ਤਾਂ ਖੁਸ਼ੀ ਦੇ ਮਾਰੇ ਫੁੱਲੀ ਨਹੀਂ ਸਮਾ ਰਹੀ ਸੀ। ਮੈਂ ਫਟਾਫਟ ਚਾਹ ਖਤਮ ਕੀਤੀ ਅਤੇ ਕੁਰਸੀ ਪਿੱਛੇ ਖਿਸਕਾ ਕੇ ਖੜੀ ਹੋ ਗਈ ਤਾਂ ਮੇਰੇ ਜੇਠ ਜੀ ਮੈਨੂੰ ਕਹਿਣ ਲੱਗੇ, ਬਹੂ, ਅੱਜ ਤੂੰ ਨਾਸ਼ਤਾ ਚੰਗੀ ਤਰ੍ਹਾਂ ਕਿਉਂ ਨਹੀਂ ਕੀਤਾ? ਮੈਂ ਕਿਹਾ, ਮੈਨੂੰ ਆਪਣੀ ਅਤੇ ਅਮਨ ਦੀ ਪੈਕਿੰਗ ਵੀ ਕਰਨੀ ਹੈ। ਸ਼ਾਮ ਤੱਕ ਜਾਣਾ ਹੈ ਤਾਂ ਟਾਈਮ ਲੱਗ ਜਾਵੇਗਾ। ਮੇਰੀ ਗੱਲ ਸੁਣ ਕੇ ਜੇਠ ਜੀ ਅਮਨ ਨੂੰ ਘੂਰਨ ਲੱਗੇ ਅਤੇ ਕਹਿਣ ਲੱਗੇ, ਤੂੰ ਬਹੂ ਨੂੰ ਨਹੀਂ ਦੱਸਿਆ ਕਿ ਹੁਣ ਇਹ ਇੱਥੇ ਹੀ ਰਹੇਗੀ? ਇਹ ਗੱਲ ਸੁਣ ਕੇ ਮੈਂ ਸੁੰਨ ਰਹਿ ਗਈ ਅਤੇ ਹੈਰਾਨੀ ਨਾਲ ਅਮਨ ਵੱਲ ਵੇਖਣ ਲੱਗੀ। ਉਹ ਕਹਿਣ ਲੱਗਿਆ, ਵੀਰ ਜੀ, ਮੈਂ ਭੁੱਲ ਗਿਆ ਸੀ। ਮੇਰੇ ਜੇਠ ਜੀ ਫਿਰ ਮੈਨੂੰ ਕਹਿਣ ਲੱਗੇ,
ਬੇਟਾ ਹੁਣ ਤੂੰ ਸਾਡੀ ਇੱਜ਼ਤ ਹੈ ਅਤੇ ਸਾਡੇ ਘਰ ਦੀਆਂ ਔਰਤਾਂ ਹਵੇਲੀ ਤੋਂ ਬਾਹਰ ਪੈਰ ਨਹੀਂ ਰੱਖਦੀਆਂ। ਹੁਣ ਤੂੰ ਇੱਥੇ ਹੀ ਰਹੇਂਗੀ। ਦਿੱਲੀ ਸਿਰਫ ਅਮਨ ਜਾਵੇਗਾ। ਇਹ ਸੁਣ ਕੇ ਤਾਂ ਮੈਂ ਹੈਰਾਨ ਹੀ ਰਹਿ ਗਈ ਸੀ ਕਿ ਅਮਨ ਨੇ ਇਹ ਗੱਲ ਮੈਨੂੰ ਪਹਿਲਾਂ ਕਿਉਂ ਨਹੀਂ ਦੱਸੀ। ਉਸਨੇ ਕਿਹਾ ਸੀ ਕਿ ਕੁਝ ਸਮਾਂ ਤੈਨੂੰ ਪਿੰਡ ਵਿੱਚ ਰਹਿਣਾ ਪਵੇਗਾ, ਫਿਰ ਉਹ ਮੈਨੂੰ ਆਪਣੇ ਨਾਲ ਦਿੱਲੀ ਲੈ ਆਵੇਗਾ। ਮੈਂ ਗੁੱਸੇ ਵਿੱਚ ਆ ਕੇ ਆਪਣੇ ਕਮਰੇ ਵਿੱਚ ਚਲੀ ਗਈ। ਮੈਨੂੰ ਝੂਠ ਬੋਲਿਆ ਗਿਆ ਸੀ। ਕੁਝ ਦੇਰ ਬਾਅਦ ਹੀ ਅਮਨ ਵੀ ਕਮਰੇ ਵਿੱਚ ਆ ਗਿਆ। ਮੈਂ ਰੋਣ ਲੱਗੀ। ਮੈਂ ਕਿਹਾ, ਮੈਂ ਇਸ ਭੂਤ ਬੰਗਲੇ ਵਿੱਚ ਨਹੀਂ ਰਹਾਂਗੀ। ਤੁਸੀਂ ਮੈਨੂੰ ਝੂਠ ਬੋਲਿਆ ਸੀ ਕਿ ਅਸੀਂ ਦਿੱਲੀ ਵਿੱਚ ਰਹਾਂਗੇ। ਤੁਸੀਂ ਜਾ ਕੇ ਆਪਣੇ ਭਾਈ ਨੂੰ ਦੱਸ ਦਿਓ। ਮੇਰੀ ਗੱਲ ਸੁਣ ਕੇ ਉਹ ਮੇਰੇ ਕੋਲ ਆ ਕੇ ਬੈਠ ਗਿਆ ਅਤੇ ਬਹੁਤ ਹੀ ਪਿਆਰ ਨਾਲ ਬੋਲਿਆ, ਮੈਂ ਤੈਨੂੰ ਹਲੇ ਦਿੱਲੀ ਨਹੀਂ ਲੈ ਕੇ ਜਾ ਸਕਦਾ ਹਾਂ। ਬਸ ਤੂੰ ਕੁਝ ਮਹੀਨੇ ਇੱਥੇ ਰਹਿਣਾ ਹੈ। ਉਸੇ ਤਰ੍ਹਾਂ ਹੀ ਰਹੀਂ ਜਿਵੇਂ ਇੱਥੇ ਦੀਆਂ ਔਰਤਾਂ ਰਹਿੰਦੀਆਂ ਹਨ। ਫਿਰ ਮੈਂ ਤੈਨੂੰ ਦਿੱਲੀ ਲੈ ਜਾਵਾਂਗਾ। ਮੈਂ ਕਿਹਾ, ਮੈਂ ਤੁਹਾਡੇ ਬਿਨਾਂ ਇੱਥੇ ਨਹੀਂ ਰਹਾਂਗੀ। ਰਾਤ ਨੂੰ ਉਹ ਚੀਕਾਂ ਦੀ ਆਵਾਜ਼ ਮੇਰੀ ਜਾਨ ਕੱਢ ਦੇਣਗੀਆਂ। ਮੈਨੂੰ ਬਹੁਤ ਡਰ ਲੱਗਦਾ ਹੈ। ਉਹ ਮੈਨੂੰ ਕਹਿਣ ਲੱਗਾ ਕਿ ਤੂੰ ਚੀਕਾਂ 'ਤੇ ਧਿਆਨ ਨਾ ਦੇ। ਉਹ ਜੋ ਕੁਝ ਵੀ ਹੈ ਤੈਨੂੰ ਕੁਝ ਨਹੀਂ ਕਰੇਗਾ। ਇਹ ਮੈਂ ਤੇਰੇ ਨਾਲ ਵਾਅਦਾ ਕਰ ਸਕਦਾ ਹਾਂ। ਤੂੰ ਬਸ ਆਪਣਾ ਕਮਰਾ ਬੰਦ ਕਰਕੇ ਰੱਖੀਂ ਅਤੇ ਰਾਤ ਨੂੰ ਬਿਲਕੁਲ ਵੀ ਬਾਹਰ ਨਾ ਨਿਕਲੀਂ। ਅਮਨ ਦੀਆਂ ਗੱਲਾਂ ਨੇ ਤਾਂ ਮੈਨੂੰ ਹੋਰ ਡਰਾ ਦਿੱਤਾ ਸੀ। ਮੈਂ ਕਿਹਾ, ਮੈਂ ਇਕੱਲੀ ਰਾਤ ਨੂੰ ਇਸ ਕਮਰੇ ਵਿੱਚ ਨਹੀਂ ਸੋ ਸਕਦੀ। ਉਹ ਕੁਝ ਦੇਰ ਤੱਕ ਸੋਚਦਾ ਰਿਹਾ, ਫਿਰ ਕਹਿਣ ਲੱਗਾ, ਠੀਕ ਹੈ, ਮੈਂ ਵੀਰ ਜੀ ਨੂੰ ਕਹਿ ਕੇ ਇੱਕ ਨੌਕਰਾਣੀ ਦਾ ਇੰਤਜ਼ਾਮ ਕਰਵਾ ਦੇਵਾਂਗਾ। ਉਹ ਤੇਰੇ ਨਾਲ ਇਸ ਕਮਰੇ ਵਿੱਚ ਸੋਇਆ ਕਰੇਗੀ। ਬਸ ਤੂੰ ਇਹ ਕੋਸ਼ਿਸ਼ ਕਰੀਂ ਕਿ ਵੀਰ ਜੀ ਨੂੰ ਤੇਰੇ ਤੋਂ ਕੋਈ ਸ਼ਿਕਾਇਤ ਨਾ ਹੋਵੇ। ਮੈਂ ਇਸ ਗੱਲ ਦੀ ਹਾਮੀ ਭਰ ਦਿੱਤੀ। ਅਮਨ ਸ਼ਾਮ ਨੂੰ ਦਿੱਲੀ ਚਲਾ ਗਿਆ ਅਤੇ ਮੈਂ ਇਕੱਲੀ ਰਹਿ ਗਈ। ਰਾਤ ਨੂੰ ਮੇਰੇ ਨਾਲ ਇੱਕ ਨੌਕਰਾਣੀ ਮੇਰੇ ਕਮਰੇ ਵਿੱਚ ਸੌਣ ਲੱਗੀ। ਉਹ ਜ਼ਮੀਨ 'ਤੇ ਆਪਣਾ ਬਿਸਤਰਾ ਲਗਾ ਲੈਂਦੀ ਸੀ ਅਤੇ ਲੇਟ ਜਾਂਦੀ ਸੀ। ਰਾਤ ਨੂੰ ਜਦੋਂ ਉਹ ਚੀਕਾਂ ਦੀ ਆਵਾਜ਼ ਆਉਂਦੀ ਤਾਂ ਮੇਰੀਆਂ ਅੱਖਾਂ ਖੁੱਲ੍ਹ ਜਾਂਦੀਆਂ। ਮੈਂ ਮਹਿਸੂਸ ਕੀਤਾ ਸੀ ਕਿ ਜਿਸ ਵੇਲੇ ਚੀਕਾਂ ਦੀ ਆਵਾਜ਼ ਆਉਂਦੀ ਸੀ, ਉਹ ਨੌਕਰਾਣੀ ਵੀ ਬੇਚੈਨ ਹੁੰਦੀ ਸੀ। ਮੈਨੂੰ ਸ਼ੱਕ ਹੋਣ ਲੱਗ ਗਿਆ ਸੀ ਕਿ ਸ਼ਾਇਦ ਉਹ ਵੀ ਇਹਨਾਂ ਆਵਾਜ਼ਾਂ ਨੂੰ ਸੁਣ ਸਕਦੀ ਹੈ। ਕਈ ਵਾਰ ਮੈਂ ਉਸ ਨੌਕਰਾਣੀ ਨੂੰ ਚੀਕਾਂ ਦੇ ਬਾਰੇ ਵਿੱਚ ਪੁੱਛਿਆ ਤਾਂ ਉਸਦੇ ਚਿਹਰੇ ਦਾ ਰੰਗ ਉੱਡ ਜਾਂਦਾ ਅਤੇ ਉਹ ਡਰ ਜਾਂਦੀ ਸੀ। ਫਿਰ ਉਹ ਨਹੀਂ ਵਿੱਚ ਸਿਰ ਹਿਲਾਉਣ ਲੱਗਦੀ ਤੇ ਕਹਿਣ ਲੱਗਦੀ, ਮੈਂ ਅਜਿਹੀ ਕੋਈ ਆਵਾਜ਼ ਨਹੀਂ ਸੁਣੀ। ਮੈਂ ਉਸਦੇ ਡਰ ਤੋਂ ਇਹ ਅੰਦਾਜ਼ਾ ਤਾਂ ਲਗਾ ਲਿਆ ਸੀ ਕਿ ਜ਼ਰੂਰ ਕੋਈ ਹੋਰ ਗੱਲ ਹੈ। ਇਸ ਲਈ ਉਸਨੂੰ ਕਿਹਾ ਕਿ ਮੈਂ ਜਾਣਦੀ ਹਾਂ ਕਿ ਉਹ ਆਵਾਜ਼ਾਂ ਤੈਨੂੰ ਸੁਣਦੀਆਂ ਹਨ। ਮੇਰੀ ਗੱਲ ਸੁਣ ਕੇ ਉਹ ਮੇਰੇ ਸਾਹਮਣੇ ਹੱਥ ਜੋੜਨ ਲੱਗੀ ਤੇ ਕਹਿਣ ਲੱਗੀ, ਇਸ ਗੱਲ ਦਾ ਜ਼ਿਕਰ ਹਵੇਲੀ ਵਿੱਚ ਕਿਸੇ ਸਾਹਮਣੇ ਨਾ ਕਰਨਾ, ਨਹੀਂ ਤਾਂ ਬਹੁਤ ਬੁਰਾ ਹੋਵੇਗਾ। ਉਸ ਨੌਕਰਾਣੀ ਦੀ ਗੱਲ ਸੁਣ ਕੇ ਮੇਰੀ ਇਹ ਜਾਣਨ ਦੀ ਇੱਛਾ ਹੋਰ ਵੱਧ ਗਈ ਸੀ ਕਿ ਆਖਿਰ ਪਤਾ ਕਰਨਾ ਹੋਵੇਗਾ ਕਿ ਇਹ ਸਾਰਾ ਕੀ ਮਾਮਲਾ ਹੈ। ਮੈਂ ਰਾਤ ਨੂੰ ਜਦੋਂ ਉਹ ਚੀਕਾਂ ਦੀ ਆਵਾਜ਼ ਸੁਣੀ ਤਾਂ ਮੈਂ ਸੋਚ ਲਿਆ ਕਿ ਸੱਚਾਈ ਕੀ ਹੈ ਇਸ ਦਾ ਪਤਾ ਲਗਾ ਕੇ ਹੀ ਰਹਾਂਗੀ, ਕਿਉਂਕਿ ਕਿਤੇ ਨਾ ਕਿਤੇ ਮੈਨੂੰ ਇਹ ਯਕੀਨ ਹੋ ਗਿਆ ਸੀ ਕਿ ਇਹ ਮਾਮਲਾ ਭੂਤਾਂ ਪ੍ਰੇਤਾਂ ਦਾ ਨਹੀਂ ਹੈ। ਰਾਤ ਨੂੰ ਚੀਕਾਂ ਦੀ ਆਵਾਜ਼ਾਂ ਸੁਣ ਕੇ ਮੈਂ ਉੱਠ ਕੇ ਖੜੀ ਹੋ ਗਈ ਅਤੇ ਦੱਬੇ ਪੈਰੀਂ ਆਪਣੇ ਕਮਰੇ ਦੇ ਦਰਵਾਜ਼ੇ ਕੋਲ ਆਈ ਅਤੇ ਹੌਲੀ-ਹੌਲੀ ਦਰਵਾਜ਼ਾ ਖੋਲ੍ਹਿਆ। ਮੈਨੂੰ ਇਹ ਆਵਾਜ਼ ਉੱਪਰਲੀ ਮੰਜ਼ਲ ਤੋਂ ਆ ਰਹੀ ਸੀ। ਮੈਂ ਹੌਲੀ-ਹੌਲੀ ਚੱਲਦੀ ਹੋਈ ਉੱਪਰ ਚੜ੍ਹ ਗਈ। ਜਦੋਂ ਮੈਂ ਉਹਨਾਂ ਆਵਾਜ਼ਾਂ ਦਾ ਪਿੱਛਾ ਕਰਦੀ ਹੋਈ ਅੱਗੇ ਵਧੀ ਤਾਂ ਸਾਹਮਣੇ ਕਮਰੇ ਨੂੰ ਦੇਖ ਕੇ ਮੇਰੇ ਹੋਸ਼ ਉੱਡ ਗਏ। ਉਹ ਤਾਂ ਮੇਰੇ ਜੇਠ ਜੀ ਦਾ ਕਮਰਾ ਸੀ, ਜਿੱਥੋਂ ਕੁੜੀ ਦੇ ਚੀਕਾਂ ਮਾਰਨ ਦੀਆਂ ਆਵਾਜ਼ਾਂ ਆ ਰਹੀਆਂ ਸਨ। ਮੇਰੇ ਚਿਹਰੇ ਦਾ ਰੰਗ ਉੱਡ ਚੁੱਕਿਆ ਸੀ। ਮੈਂ ਵਾਪਸ ਆ ਗਈ ਅਤੇ ਆਪਣੇ ਕਮਰੇ ਵਿੱਚ ਆ ਕੇ ਆਪਣੀ ਵਧੀ ਹੋਈ ਦਿਲ ਦੀ ਧੜਕਣ 'ਤੇ ਕਾਬੂ ਪਾਉਣ ਲੱਗੀ। ਗੋਲਡੀ ਮਤਲਬ ਮੇਰੇ ਜੇਠ ਜੀ ਦੇ ਕਮਰੇ ਵਿੱਚੋਂ ਆ ਰਹੀ ਆਵਾਜ਼ ਸੁਣ ਕੇ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਉਹ ਇਸ ਤਰ੍ਹਾਂ ਦੇ ਵੀ ਹੋ ਸਕਦੇ ਹਨ। ਉਹਨਾਂ ਦੀ ਘਰਵਾਲੀ ਵੀ ਮਰ ਚੁੱਕੀ ਸੀ, ਨਾ ਹੀ ਉਹਨਾਂ ਨੇ ਦੂਜਾ ਵਿਆਹ ਕੀਤਾ ਸੀ। ਦੁਨੀਆ ਦੇ ਸਾਹਮਣੇ ਉਹ ਕਿੰਨੇ ਵੱਡੇ ਸਨ। ਫਿਰ ਇਹ ਆਵਾਜ਼ਾਂ, ਮੈਂ ਆਪਣੇ ਆਪ ਨਾਲ ਗੱਲਾਂ ਕਰਨ ਲੱਗੀ। ਮੇਰੇ ਦਿਲ ਵਿੱਚ ਉਹਨਾਂ ਦੀ ਬਹੁਤ ਇੱਜ਼ਤ ਸੀ। ਮੈਂ ਉਹਨਾਂ ਦੇ ਬਾਰੇ ਵਿੱਚ ਇਸ ਤਰ੍ਹਾਂ ਸੋਚ ਵੀ ਨਹੀਂ ਸਕਦੀ ਸੀ। ਮੇਰੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗੇ। ਮੈਂ ਆਪਣੇ ਬੈੱਡ 'ਤੇ ਬੈਠ ਕੇ ਰੋਣ ਲੱਗੀ। ਮੇਰਾ ਜੇਠ ਅਤੇ ਔਰਤਾਂ ਦੇ ਨਾਲ? ਨਹੀਂ, ਅਜਿਹਾ ਕਿਵੇਂ ਹੋ ਸਕਦਾ ਹੈ? ਪਿੰਡ ਵਾਲੇ ਤਾਂ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਹਨ। ਫਿਰ ਇਹ ਸਭ ਕੁਝ ਕੀ ਸੀ? ਇਹ ਉਹਨਾਂ ਦਾ ਕਿਹੜਾ ਰੂਪ ਸੀ ਜੋ ਅੱਜ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਸੀ? ਮੇਰੀ ਪੂਰੀ ਰਾਤ ਜਾਗਦੇ ਹੋਏ ਲੰਘੀ, ਕਿਉਂਕਿ ਮੈਂ ਉਹਨਾਂ ਦੇ ਬਾਰੇ ਵਿੱਚ ਅਜਿਹਾ ਸੋਚ ਵੀ ਨਹੀਂ ਸਕਦੀ ਸੀ। ਸਵੇਰੇ ਨਾਸ਼ਤੇ 'ਤੇ ਜਦੋਂ ਉਹ ਬੈਠੇ ਸਨ ਤਾਂ ਮੇਰੀਆਂ ਅੱਖਾਂ ਦੇਖ ਕੇ ਚਾਹ ਪੀਂਦੇ ਹੋਏ ਕਹਿਣ ਲੱਗੇ, ਅਮਨ ਨੇ ਫੋਨ ਨਹੀਂ ਕੀਤਾ ਸਾਡੀ ਬਹੂ ਨੂੰ, ਤਾਂ ਹੀ ਰੋ ਕੇ ਅੱਖਾਂ ਸੁੱਜ ਗਈਆਂ ਹਨ। ਮੈਂ ਉਹਨਾਂ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਤਾਂ ਉਹ ਆਪ ਹੀ ਮੁਸਕਰਾਉਣ ਲੱਗੇ ਅਤੇ ਬੋਲੇ, ਅਮਨ ਉੱਥੇ ਬਹੁਤ ਬਿਜ਼ੀ ਹੈ, ਸ਼ਾਇਦ ਇਸ ਲਈ ਫੋਨ ਨਹੀਂ ਕਰ ਸਕਿਆ। ਮੈਂ ਉਹਨਾਂ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਅੱਜ ਤਾਂ ਉਹਨਾਂ ਦੀ ਸ਼ਕਲ ਦੇਖਣ ਨੂੰ ਵੀ ਮਨ ਨਹੀਂ ਕਰ ਰਿਹਾ ਸੀ।
ਇਹ ਕਿਹੋ ਜਿਹਾ ਦੋਗਲਾ ਇਨਸਾਨ ਸੀ। ਦਿਨ ਵਿੱਚ ਨੇਕ ਅਤੇ ਰਹਿਮਦਿਲ ਬਣਿਆ ਰਹਿੰਦਾ ਸੀ ਅਤੇ ਰਾਤ ਨੂੰ ਇਹ ਸੋਚ ਕੇ ਹੀ ਮੇਰਾ ਸਰੀਰ ਕੰਬਣ ਲੱਗਿਆ ਸੀ। ਮੈਂ ਸੋਚ ਰਹੀ ਸੀ ਕਿ ਹੁਣ ਉਹਨਾਂ ਦਾ ਪਰਦਾਫਾਸ਼ ਕਰਕੇ ਰਹਾਂਗੀ, ਪਰ ਮੈਂ ਨਹੀਂ ਜਾਣਦੀ ਸੀ ਕਿ ਮੈਂ ਆਪਣੇ ਲਈ ਕਿੰਨੀ ਵੱਡੀ ਮੁਸੀਬਤ ਖੜੀ ਕਰਨ ਲੱਗੀ ਸੀ। ਜਦੋਂ ਮੈਂ ਦੁਬਾਰਾ ਉਹ ਆਵਾਜ਼ ਸੁਣੀ ਤਾਂ ਮੈਂ ਫਿਰ ਉਸੇ ਕਮਰੇ ਦੇ ਬਾਹਰ ਚਲੀ ਗਈ। ਕਮਰੇ ਦੇ ਹਾਲ ਵਿੱਚ ਦੇਖਣ ਲੱਗੀ ਤਾਂ ਇੱਕ 15 ਸਾਲ ਦੀ ਕੁੜੀ ਸੀ। ਪਿੰਡ ਦੀ ਹੀ ਲੱਗ ਰਹੀ ਸੀ। ਉਸਦੇ ਚਿਹਰੇ ਤੇ ਉਸਦਾ ਦਰਦ ਸਾਫ਼-ਸਾਫ਼ ਪਤਾ ਚੱਲ ਰਿਹਾ ਸੀ। ਉਹ ਹੱਥ ਜੋੜ ਕੇ ਆਪਣੀ ਇੱਜ਼ਤ ਦੀ ਭੀਖ ਮੰਗ ਰਹੀ ਸੀ, ਚੀਕ ਰਹੀ ਸੀ। ਪਰ ਮੇਰੇ ਜੇਠ ਜੀ ਨੇ ਬੜੀ ਬੇਰਹਿਮੀ ਨਾਲ ਉਸਦਾ ਦੁਪੱਟਾ ਉਤਾਰ ਕੇ ਸੁੱਟ ਦਿੱਤਾ ਸੀ। ਮੈਂ ਇਸ ਤੋਂ ਜ਼ਿਆਦਾ ਨਹੀਂ ਦੇਖ ਸਕਦੀ ਸੀ। ਮੈਂ ਵਾਪਸ ਆ ਗਈ। ਮੈਂ ਉਹ ਰਾਤ ਬੜੀ ਔਖੀ ਕੱਟੀ ਸੀ। ਸਵੇਰ ਹੁੰਦੇ ਹੀ ਮੈਂ ਅਮਨ ਨੂੰ ਫੋਨ ਕੀਤਾ। ਮੈਂ ਕਿਹਾ, ਤੁਸੀਂ ਮੈਨੂੰ ਇੰਨਾ ਵੱਡਾ ਝੂਠ ਬੋਲਿਆ। ਤੁਸੀਂ ਕਿਹਾ ਕਿ ਹਵੇਲੀ ਵਿੱਚ ਭੂਤ ਪ੍ਰੇਤ ਹਨ, ਜਦੋਂ ਕਿ ਅਜਿਹਾ ਕੁਝ ਵੀ ਨਹੀਂ ਹੈ। ਉਹ ਆਵਾਜ਼ਾਂ ਪਿੰਡ ਦੀਆਂ ਮਾਸੂਮ ਕੁੜੀਆਂ ਦੀਆਂ ਹਨ, ਜੋ ਤੁਹਾਡੇ ਪਿਤਾ ਵਰਗੇ ਭਾਈ ਦੀ ਹਵਸ ਦਾ ਨਿਸ਼ਾਨਾ ਬਣਦੀਆਂ ਹਨ। ਮੇਰੇ ਮੂੰਹ ਵਿੱਚ ਜੋ ਆ ਰਿਹਾ ਸੀ ਉਹ ਸਭ ਕੁਝ ਅਮਨ ਨੂੰ ਕਹਿ ਦਿੱਤਾ। ਮੇਰੀ ਗੱਲ ਸੁਣ ਕੇ ਉਹ ਗੁੱਸੇ ਵਿੱਚ ਆ ਗਿਆ ਅਤੇ ਕਹਿਣ ਲੱਗਿਆ ਕਿ ਆਪਣੀ ਜ਼ੁਬਾਨ ਨੂੰ ਬੰਦ ਰੱਖ, ਜਿਵੇਂ ਹਵੇਲੀ ਦੇ ਸਾਰੇ ਲੋਕ ਰੱਖਦੇ ਹਨ, ਨਹੀਂ ਤਾਂ ਤੈਨੂੰ ਗੋਲਡੀ ਦੀ ਤਾਕਤ ਦਾ ਅੰਦਾਜ਼ਾ ਨਹੀਂ ਹੈ। ਉਹ ਤੈਨੂੰ ਜਾਨ ਤੋਂ ਮਾਰ ਦੇਣਗੇ। ਮੈਂ ਅਮਨ ਦੀ ਗੱਲ ਸੁਣ ਕੇ ਜਿੰਨਾ ਹੈਰਾਨ ਹੋ ਸਕਦੀ ਸੀ ਓਨਾ ਘੱਟ ਸੀ। ਮਤਲਬ ਉਸਨੂੰ ਆਪਣੇ ਭਾਈ ਦੇ ਬਾਰੇ ਵਿੱਚ ਇਹ ਸਭ ਕੁਝ ਪਹਿਲਾਂ ਤੋਂ ਹੀ ਪਤਾ ਸੀ ਅਤੇ ਉਹ ਵੀ ਇਸ ਵਿੱਚ ਮਿਲਿਆ ਹੋਇਆ ਸੀ। ਮੈਂ ਫੋਨ ਬੰਦ ਕਰ ਦਿੱਤਾ। ਮੈਂ ਚੁੱਪ ਨਹੀਂ ਰਹਿ ਸਕਦੀ ਸੀ। ਮੈਨੂੰ ਬਸ ਇੱਕ ਸਬੂਤ ਚਾਹੀਦਾ ਸੀ, ਕਿਉਂਕਿ ਇੱਥੇ ਅਜਿਹਾ ਕੋਈ ਵੀ ਨਹੀਂ ਸੀ ਜੋ ਗੋਲਡੀ ਦੇ ਖਿਲਾਫ ਇੱਕ ਸ਼ਬਦ ਵੀ ਬੋਲ ਸਕਦਾ। ਇਸ ਲਈ ਮੈਂ ਰਾਤ ਹੋਣ ਤੋਂ ਪਹਿਲਾਂ ਹੀ ਬਿਮਾਰ ਹੋਣ ਦਾ ਬਹਾਨਾ ਕਰਕੇ ਆਪਣਾ ਕਮਰਾ ਬੰਦ ਕਰ ਲਿਆ। ਮੈਨੂੰ ਪਤਾ ਸੀ ਕਿ ਗੋਲਡੀ ਕਦੋਂ ਉੱਪਰ ਜਾਂਦਾ ਹੈ। ਇਸ ਲਈ ਮੈਂ ਆਪਣੀ ਪਿਛਲੀ ਖਿੜਕੀ ਤੋਂ ਬਾਹਰ ਨਿਕਲੀ ਅਤੇ ਪਾਈਪਲਾਈਨ ਦੇ ਸਹਾਰੇ ਉੱਪਰ ਤੱਕ ਪਹੁੰਚ ਗਈ। ਗੋਲਡੀ ਦੇ ਕਮਰੇ ਦੀ ਖਿੜਕੀ ਉਸ ਵੇਲੇ ਖੁੱਲੀ ਹੋਈ ਸੀ। ਮੈਂ ਉਸ ਖਿੜਕੀ ਦੇ ਜ਼ਰੀਏ ਉਸ ਕਮਰੇ ਵਿੱਚ ਪਹੁੰਚ ਗਈ। ਉਸ ਕਮਰੇ ਨੂੰ ਸਜਾਇਆ ਹੋਇਆ ਸੀ। ਮੈਂ ਉਸੇ ਖਿੜਕੀ ਕੋਲ ਇੱਕ ਕੋਨੇ ਵਿੱਚ ਲੁਕ ਗਈ। ਰਾਤ ਨੂੰ 1 ਵਜੇ ਗੋਲਡੀ ਉਸ ਕਮਰੇ ਵਿੱਚ ਆਇਆ ਅਤੇ ਸਾਹਮਣੇ ਇੱਕ ਸੋਫੇ ਤੇ ਬੈਠ ਗਿਆ। ਕੁਝ ਦੇਰ ਬਾਅਦ ਉਸ ਦਾ ਨੌਕਰ ਸ਼ਰਾਬ ਦੀ ਬੋਤਲ ਲੈ ਕੇ ਆਇਆ ਅਤੇ ਸਾਹਮਣੇ ਮੇਜ਼ ਤੇ ਰੱਖ ਦਿੱਤੀ। ਮੈਂ ਆਪਣੇ ਮੋਬਾਈਲ ਦਾ ਕੈਮਰਾ ਔਨ ਕਰ ਦਿੱਤਾ। ਕੁਝ ਦੇਰ ਬਾਅਦ ਇੱਕ 14 ਸਾਲ ਦੀ ਮਾਸੂਮ ਜਿਹੀ ਕੁੜੀ ਉਸ ਕਮਰੇ ਵਿੱਚ ਆਈ। ਉਹ ਚੀਕਾਂ ਮਾਰ ਰਹੀ ਸੀ, ਵਾਰ-ਵਾਰ ਇਹ ਕਹਿ ਰਹੀ ਸੀ ਉਸਨੂੰ ਘਰ ਵਾਲਿਆਂ ਕੋਲ ਜਾਣਾ ਹੈ। ਉਹ ਨੌਕਰ ਉਸ ਕੁੜੀ ਨੂੰ ਕਮਰੇ ਦੇ ਅੰਦਰ ਧੱਕ ਕੇ ਕਮਰਾ ਬੰਦ ਕਰਕੇ ਚਲਾ ਗਿਆ। ਗੋਲਡੀ ਇੱਕਦਮ ਆਰਾਮ ਨਾਲ ਸੋਫੇ ਤੇ ਬੈਠਾ ਉਸ ਕੁੜੀ ਦੀ ਬੇਵਸੀ ਦਾ ਤਮਾਸ਼ਾ ਦੇਖ ਰਿਹਾ ਸੀ। ਉਹ ਬਹੁਤ ਰੋ ਰਹੀ ਸੀ, ਦਰਵਾਜ਼ਾ ਖੜਕਾ ਰਹੀ ਸੀ, ਆਪਣੇ ਬਚਾਅ ਲਈ ਮਦਦ ਮੰਗ ਰਹੀ ਸੀ, ਜਿਸ ਦੀਆਂ ਚੀਕਾਂ ਹਵੇਲੀ ਦੀਆਂ ਦੀਵਾਰਾਂ ਨੂੰ ਗੁੰਜਾ ਰਹੀਆਂ ਸਨ। ਉੱਥੋਂ ਦੇ ਲੋਕ ਇਸ ਜ਼ੁਲਮ ਤੇ ਬਿਲਕੁਲ ਚੁੱਪ ਸਨ। ਉਹ ਕੁੜੀ ਰੋ ਰੋ ਕੇ ਥੱਕ ਚੁੱਕੀ ਸੀ ਅਤੇ ਗੋਲਡੀ ਕੋਲ ਆ ਕੇ ਹੱਥ ਜੋੜਨ ਲੱਗੀ ਅਤੇ ਕਹਿਣ ਲੱਗੀ, ਸਾਹਿਬ ਮੈਨੂੰ ਛੱਡ ਦਿਓ, ਮੈਨੂੰ ਜਾਣ ਦਿਓ। ਮੈਂ ਤੁਹਾਡੀ ਬੇਟੀ ਦੀ ਉਮਰ ਦੀ ਹਾਂ, ਮੇਰੇ ਤੇ ਤਰਸ ਕਰੋ। ਉਸ ਦੀ ਗੱਲ ਸੁਣ ਕੇ ਮੇਰਾ ਜੇਠ ਗੁੱਸੇ ਵਿੱਚ ਉੱਠਿਆ ਅਤੇ ਉਸਦੇ ਵਾਲ ਫੜ ਕੇ ਬੋਲਿਆ, ਤੇਰੀ ਇੰਨੀ ਹਿੰਮਤ ਕਿ ਤੂੰ ਮੇਰੇ ਸਾਹਮਣੇ ਜ਼ੁਬਾਨ ਚਲਾਵੇਂ। ਮੈਂ ਤੈਨੂੰ ਦੱਸਦਾ ਹਾਂ ਕਿ ਮੇਰੇ ਸਾਹਮਣੇ ਜ਼ੁਬਾਨ ਲੜਾਉਣ ਵਾਲਿਆਂ ਦਾ ਮੈਂ ਕੀ ਅੰਜਾਮ ਕਰਦਾ ਹਾਂ। ਇਹ ਕਹਿ ਕੇ ਉਸਨੇ ਉਸ ਕੁੜੀ ਨੂੰ ਬੜੇ ਜ਼ੋਰ ਨਾਲ ਜ਼ਮੀਨ ਤੇ ਪਟਕਿਆ ਅਤੇ ਫਿਰ ਉਸ ਦੀ ਗਰਦਨ ਤੇ ਆਪਣੇ ਪੈਰ ਮਾਰੇ। ਉਹ ਕੁੜੀ ਦਰਦ ਨਾਲ ਤੜਫ ਉੱਠੀ ਅਤੇ ਮੈਂ ਇਹ ਸਭ ਨਹੀਂ ਦੇਖ ਸਕਦੀ ਸੀ। ਪਤਾ ਨਹੀਂ ਕਿਵੇਂ ਮੈਂ ਆਪਣੇ ਆਪ ਨੂੰ ਕਾਬੂ ਵਿੱਚ ਕੀਤਾ। ਫਿਰ ਮੇਰੇ ਜੇਠ ਨੇ ਉਸ ਕੁੜੀ ਨੂੰ ਫੜ ਕੇ ਬਿਸਤਰ ਉੱਤੇ ਲਟਾ ਦਿੱਤਾ ਅਤੇ ਆਪਣੀ ਸਿਗਰਟ ਜਲਾ ਕੇ ਜਿਵੇਂ ਹੀ ਉਸਨੇ ਉਸ ਕੁੜੀ ਦੇ ਚਿਹਰੇ ਤੇ ਲਗਾਈ, ਉਸ ਕੁੜੀ ਦੀ ਚੀਕ ਨਾਲ ਮੇਰੀ ਵੀ ਚੀਕ ਨਿਕਲ ਗਈ। ਉਹ ਉਸੇ ਵੇਲੇ ਪਿੱਛੇ ਹਟਿਆ। ਮੇਰੀ ਚੀਕ ਸੁਣ ਕੇ ਉਹ ਸਮਝ ਗਿਆ ਸੀ ਕਿ ਕਮਰੇ ਵਿੱਚ ਉਸ ਕੁੜੀ ਦੇ ਇਲਾਵਾ ਕੋਈ ਹੋਰ ਵੀ ਹੈ। ਇਸ ਤੋਂ ਪਹਿਲਾਂ ਕਿ ਉਹ ਮੈਨੂੰ ਲੱਭਦਾ, ਮੈਂ ਉਸ ਖਿੜਕੀ ਵਿੱਚੋਂ ਬਾਹਰ ਨਿਕਲ ਗਈ, ਪਰ ਸ਼ਾਇਦ ਉਸਨੇ ਮੈਨੂੰ ਦੇਖ ਲਿਆ ਸੀ, ਕਿਉਂਕਿ ਮੈਂ ਕੋਈ ਪ੍ਰੋਫੈਸ਼ਨਲ ਜਾਸੂਸ ਤਾਂ ਨਹੀਂ ਸੀ, ਇੱਕ ਆਮ ਜਿਹੀ ਕੁੜੀ ਸੀ। ਮੈਂ ਜਿਸ ਰਸਤੇ ਤੋਂ ਆਈ ਸੀ ਉਸ ਰਸਤੇ ਤੋਂ ਨੀਚੇ ਉਤਰ ਗਈ, ਪਰ ਆਪਣੇ ਕਮਰੇ ਵਿੱਚ ਜਾਣ ਦੀ ਬਜਾਏ ਹਵੇਲੀ ਦੇ ਪਿੱਛੇ ਚਲੀ ਗਈ। ਮੈਂ ਉੱਥੇ ਜਾ ਕੇ ਲੁਕ ਗਈ। ਮੈਨੂੰ ਪੂਰੀ ਹਵੇਲੀ ਵਿੱਚ ਇੱਕ ਹਲਚਲ ਮਹਿਸੂਸ ਹੋਈ। ਹਵੇਲੀ ਵਿੱਚੋਂ ਚਹਿਲਕਦਮੀ ਦੀਆਂ ਆਵਾਜ਼ਾਂ ਆ ਰਹੀਆਂ ਸਨ। ਮੈਂ ਇੱਕ ਸੰਘਣੀ ਝਾੜੀ ਵਿੱਚ ਜਾ ਕੇ ਲੁਕ ਗਈ। ਬਹੁਤ ਸਾਰੇ ਨੌਕਰ ਟਾਰਚ ਜਲਾ ਕੇ ਮੈਨੂੰ ਲੱਭ ਰਹੇ ਸਨ। ਮੈਂ ਤਾਂ ਸਾਹ ਲੈਣਾ ਵੀ ਭੁੱਲ ਗਈ ਸੀ। ਮੈਨੂੰ ਡਰ ਸੀ ਕਿ ਹੁਣ ਮੈਂ ਫੜੀ ਜਾਵਾਂਗੀ। ਕੁਝ ਦੇਰ ਬਾਅਦ ਉਹ ਨੌਕਰ ਉੱਥੋਂ ਚਲੇ ਗਏ। ਉਹਨਾਂ ਦੇ ਜਾਂਦੇ ਹੀ ਮੈਂ ਸੁੱਖ ਦਾ ਸਾਹ ਲਿਆ। ਮੈਂ ਇੱਕ ਵੱਡੇ ਸਾਰੇ ਦਰਖਤ ਤੇ ਚੜ੍ਹਨ ਲੱਗੀ, ਜੋ ਇਸ ਹਵੇਲੀ ਦੀ ਕੰਧ ਨਾਲ ਚਿਪਕਿਆ ਹੋਇਆ ਸੀ।
ਉਸ ਦਰਖਤ ਤੇ ਚੜ੍ਹ ਕੇ ਮੈਂ ਕੰਧ ਦੇ ਦੂਜੇ ਪਾਸੇ ਦੇਖਿਆ ਤਾਂ ਉਹ ਇੱਕ ਸੰਘਣਾ ਜੰਗਲ ਸੀ। ਮੈਂ ਉੱਥੋਂ ਛਾਲ ਮਾਰ ਦਿੱਤੀ। ਮੈਨੂੰ ਨਹੀਂ ਪਤਾ ਸੀ ਕਿ ਮੈਂ ਉਸ ਜੰਗਲ ਨੂੰ ਪਾਰ ਕਰਨ ਤੋਂ ਬਾਅਦ ਕਿੱਥੇ ਪਹੁੰਚ ਜਾਵਾਂਗੀ, ਪਰ ਮੈਂ ਲਗਾਤਾਰ ਭੱਜ ਕੇ ਜਾ ਰਹੀ ਸੀ। ਮੈਂ ਸਵੇਰ ਹੋਣ ਤੱਕ ਭੱਜਦੀ ਰਹੀ। ਜਿਵੇਂ ਹੀ ਹਲਕੀ ਰੌਸ਼ਨੀ ਹੋਈ ਤਾਂ ਮੈਂ ਸੜਕ ਤੇ ਪਹੁੰਚ ਚੁੱਕੀ ਸੀ। ਉਸੇ ਵੇਲੇ ਇੱਕ ਬੱਸ ਦਿੱਲੀ ਨੂੰ ਜਾਣ ਲਈ ਉੱਥੋਂ ਲੰਘ ਰਹੀ ਸੀ। ਮੈਂ ਉਸ ਬੱਸ ਵਿੱਚ ਬੈਠ ਗਈ। ਸਾਰੇ ਰਸਤੇ ਮੈਂ ਆਪਣੇ ਚਿਹਰੇ ਤੇ ਦੁਪੱਟਾ ਲਪੇਟ ਕੇ ਰੱਖਿਆ ਸੀ। ਦਿੱਲੀ ਪਹੁੰਚਦੇ ਹੀ ਮੈਂ ਆਪਣੇ ਪਾਪਾ ਦੇ ਦੋਸਤ ਜੋ ਕਿ IPS ਅਫਸਰ ਸਨ ਉਹਨਾਂ ਨੂੰ ਇਹ ਵੀਡੀਓ ਦਿਖਾ ਦਿੱਤੀ। ਮੇਰੇ ਕਰਕੇ ਉਸ ਪਿੰਡ ਵਿੱਚ ਇਸ ਘਿਨਾਉਣੇ ਖੇਲ ਦਾ ਕਿੱਸਾ ਖਤਮ ਹੋਇਆ ਸੀ ਅਤੇ ਗੋਲਡੀ ਦੇ ਨਾਲ ਅਮਨ ਵੀ ਫੜਿਆ ਗਿਆ ਸੀ। ਉਹ ਪਿੰਡ ਦੀਆਂ ਘੱਟ ਉਮਰ ਦੀਆਂ ਕੁੜੀਆਂ ਦੇ ਨਾਲ ਗਲਤ ਕੰਮ ਕਰਕੇ ਉਹਨਾਂ ਨੂੰ ਦੂਜੇ ਦੇਸ਼ ਭੇਜਦੇ ਸਨ ਅਤੇ ਕੁਝ ਨੂੰ ਤਾਂ ਮਾਰ ਵੀ ਦਿੰਦੇ ਸਨ ਅਤੇ ਮੇਰਾ ਪਤੀ ਦਿੱਲੀ ਵਿੱਚ ਇਹ ਕੰਮ ਕਰਦਾ ਸੀ, ਇਸ ਲਈ ਉਹ ਮੈਨੂੰ ਆਪਣੇ ਨਾਲ ਨਹੀਂ ਲੈ ਕੇ ਗਿਆ ਸੀ। ਮੈਂ ਹੁਣ ਅਮਨ ਤੋਂ ਤਲਾਕ ਲੈ ਲਿਆ ਸੀ ਕਿਉਂਕਿ ਮੈਂ ਅਜਿਹੇ ਆਦਮੀ ਨਾਲ ਜ਼ਿੰਦਗੀ ਨਹੀਂ ਗੁਜ਼ਾਰ ਸਕਦੀ ਸੀ। ਮੈਨੂੰ ਖੁਸ਼ੀ ਹੈ ਕਿ ਮੇਰੇ ਕਰਕੇ ਬਹੁਤ ਸਾਰੀਆਂ ਕੁੜੀਆਂ ਦੀ ਜ਼ਿੰਦਗੀ ਬਚ ਗਈ ਸੀ। ਤਾਂ ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਕਹਾਣੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਾਂ, ਨੋਟੀਫਿਕੇਸ਼ਨ ਬੈਲ ਨੂੰ ਜ਼ਰੂਰ ਦਬਾਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।